ਬੀਜੇਪੀ ਨੂੰ ਲੱਗਦਾ ਹੈ ਕਿ ਤੁਹਾਨੂੰ ਭਾਰਤ ਸ਼ਬਦ ਤੋਂ ਹੀ ਨਫ਼ਰਤ ਹੈ। ਬੀਜੇਪੀ ਦੀਆਂ ਸਟੇਟਮੈਂਟਸ ਜਿਹੜੀਆਂ ਪੂਰਾ ਦਿਨ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸੁਣਵਾਈਆਂ, ਉਹ ਫੋਕਸਡ ਇੱਕ ਪੁਆਇੰਟ ਦੇ ਉੱਤੇ ਹੈ ਕਿ ਕਾਂਗਰਸ, ਨਾਮ ਨਹੀਂ ਲੈ ਰਹੇ ਹੋ ਬੇਸ਼ੱਕ, ਪਰ ਇਸ਼ਾਰਾ ਤੁਹਾਡੇ ਵਾਲੇ ਪਾਸੇ ਹੈ ਕਿ ਤੁਹਾਨੂੰ ਭਾਰਤ ਮਾਤਾ ਕੀ ਜੈ ਕਹਿਣ ਦੇ ਨਾਲ ਪ੍ਰੋਬਲਮ ਹੈ, ਭਾਰਤ ਸ਼ਬਦ ਵਰਤਨ ਦੇ ਨਾਲ ਪ੍ਰੋਬਲਮ ਹੈ। ਇੰਡੀਆ ਤੁਸੀਂ ਵਰਤ ਰਹੇ ਹੋ, ਕੋਈ ਦਿੱਕਤ ਨਹੀਂ। ਧੰਨਵਾਦ ਗੌਰਵ ਜੀ। ਗੱਲ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਬੌਖਲਾਹਟ ਦਾ, ਘਬਰਾਹਟ ਦਾ ਤੇ ਨਰਵਸਨੈਸ ਦਾ ਇਹ ਪ੍ਰਤੀਕ ਹੈ, ਸਰਟੀਫਿਕੇਟ ਹੈ ਕਿ ਇੰਡੀਆ ਅਲਾਈਅੰਸ ਤੋਂ ਭਾਰਤੀ ਜਨਤਾ ਪਾਰਟੀ ਕਿੰਨਾ ਡਰੀ ਬੈਠੀ ਹੈ, ਘਬਰਾਈ ਬੈਠੀ ਹੈ ਵੀ 2024 ਦੇ ਵਿੱਚ ਜਿਵੇਂ ਹਿਮਾਚਲ ਤੇ ਕਰਨਾਟਕਾ ਸਾਨੂੰ ਮੁਕਤ ਕੀਤਾ, 2024 ਚ ਵੀ ਕਰਨਗੇ ਇੰਡੀਆ ਅਲਾਈਅੰਸ ਵਾਲੇ। ਸੋ ਮੈਂ ਭਾਰਤੀ ਜਨਤਾ ਪਾਰਟੀ ਨੂੰ ਦੋ ਤਿੰਨ ਚੀਜ਼ਾਂ ਸਪਸ਼ਟ ਕਰਦਾ। ਪਹਿਲਾਂ ਤਾਂ ਕਿ ਕੱਲ ਨੂੰ ਜੇ ਇੰਡੀਆ ਅਲਾਈਅੰਸ ਜਿਹੜੀ ਆਪੋਜੀਸ਼ਨ ਯੂਨਿਟੀ ਹੈ ਉਹਨੂੰ ਇੰਡੀਆ ਓਬਲੀਕ ਸਲੈਸ਼ ਪਾ ਕੇ ਭਾਰਤ ਕਰ ਦਿੰਨੇ ਆ ਤਾਂ ਕਿ ਤੁਸੀਂ ਭਾਰਤ ਵੀ ਨਾ ਬਦਲ ਦੋਗੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਕਹੂੰਗਾ ਵੀ ਇਨਸਿਕਿਉਰਿਟੀ ਦੀ ਵੀ ਨਾ ਕੋਈ ਸੀਮਾ ਹੁੰਦੀ ਹੈ ਤੇ ਉਹ ਸੀਮਾ ਨੂੰ ਥੋੜਾ ਬਰਕਰਾਰ ਰੱਖੋ। ਮੈਂ ਇਹਨਾਂ ਨੂੰ ਪੁੱਛੂੰਗਾ ਗੌਰਵ ਜੀ ਕਿ ਟਾਈਮਿੰਗ ਜੇ ਮਤਲਬ ਇਹ ਕਹਿ ਰਿਹਾ ਗੁਲਾਮੀ ਦਾ ਪ੍ਰਤੀਕ ਹੈ ਨਾਮ ਇੰਡੀਆ, ਤੁਸੀਂ ਇੱਕ ਬਾਈਟ ਵੀ ਚਲਾ ਰਹੇ ਸੀਗੇ, ਤੁਸੀਂ ਡਿਟੇਲ ਚ ਦੱਸ ਰਹੇ ਸੀ ਗੌਰਵ ਜੀ, ਕਿਸੇ ਲੀਡਰ ਨੇ ਕਿਹਾ ਸੋ ਜੇ ਗੁਲਾਮੀ ਦਾ ਪ੍ਰਤੀਕ ਹੈ ਨਾਮ, ਫਿਰ 2014 ਦੇ ਵਿੱਚ ਆ ਕੇ ਕੋਈ ਨਾਮ ਬਦਲਿਆ ਬਈ ਤੁਸੀਂ? ਤੁਹਾਨੂੰ 2023 ਦੇ ਵਿੱਚ ਇਹ ਕਰਨ ਦੀ ਕਿਉਂ ਲੋੜ ਪਈ? ਉਹ ਤਾਂ ਪਈ ਤਾਂ ਕਿ ਇੰਡੀਆ ਅਲਾਈਅੰਸ ਨੂੰ ਢਾਹ ਲਾ ਸਕਣ। ਜਿਹੜਾ ਲੋਕਾਂ ਦੇ ਵਿੱਚ ਆਪਣਾ ਪਿਆਰ ਹੈ ਸਾਡੇ ਅਲਾਈਅੰਸ ਦੇ ਪ੍ਰਤੀ, ਉਹਨੂੰ ਤੋੜਿਆ ਜਾ ਸਕੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਨਾ ਇੱਕ ਆਦਤ ਹੈ ਗੌਰਵ ਜੀ, ਇਹਨਾਂ ਕੋਲੇ ਕੰਮ ਤਾਂ ਦਿਖਾਉਣ ਨੂੰ ਹੁੰਦਾ ਨਹੀਂ ਹੈ, ਸੋ ਨਾਮ ਬਦਲ ਕੇ ਉਹਨੂੰ ਐਸ ਕੰਮ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਨੂੰ ਲੱਗਦਾ 9 ਸਾਲਾਂ ਦੇ ਵਿੱਚ ਜੇ ਬੀਜੇਪੀ ਨੇ ਕੁਝ ਕੀਤਾ ਹੈ ਤੇ ਸਿਰਫ ਔਰ ਸਿਰਫ ਇੱਕ ਚੀਜ਼ ਕੀਤੀ ਹੈ, ਉਹ ਨਾਮ ਬਦਲਣਾ। ਸਟੇਡੀਅਮ ਤੋਂ ਲੈ ਕੇ ਤੁਸੀਂ ਲਾ ਲਓ, ਸ਼ਹਿਰਾਂ ਤੋਂ ਲੈ ਕੇ, ਕਾਨੂੰਨ ਤੋਂ ਲੈ ਕੇ, ਐਸੀ ਕੋਈ ਚੀਜ਼ ਛੱਡੀ ਨਹੀਂ, ਮਿਊਜ਼ੀਅਮ ਤੋਂ ਲੈ ਕੇ, ਜਿਹਦਾ ਨਾਂ ਨਾ ਬਦਲਿਆ ਹੋਵੇ ਭਾਰਤੀ ਜਨਤਾ ਪਾਰਟੀ ਨੇ। ਤੇ ਕਿੱਡੀ ਵੱਡੀ ਐਕਸਰਸਾਈਜ਼ ਹੈ ਗੌਰਵ ਜੀ, ਤੇ ਕਿੱਡੇ ਵੱਡੇ ਕਨਸੀਕੁਐਂਸ ਹੈ ਇਹ ਮੈਂ ਤੁਹਾਨੂੰ ਦੱਸਦਾ। ਮੈਂ ਪੁਆਇੰਟ ਤੇ ਆਵਾਂ, ਮੈਂ ਇੱਕ ਪੁਆਇੰਟ ਤੇ ਆਣਾ। ਮੈਂ ਖੜਿਆਲ ਸਾਹਿਬ ਇੱਕ ਪੁਆਇੰਟ ਤੁਹਾਡੇ ਤੋਂ ਸਮਝਣਾ ਚਾਹ ਰਿਹਾ। ਦ ਪ੍ਰੈਜ਼ੀਡੈਂਟ ਆਫ ਭਾਰਤ ਲਿਖਣ ਦੇ ਉੱਤੇ ਇਤਰਾਜ਼ ਹੈ, ਗਲਤ ਤਾਂ ਉਹ ਵੀ ਨਹੀਂ ਹੈ, ਤਾਂ ਤੁਸੀਂ ਵੀ ਮੰਨੋਗੇ। ਇਨਫੈਕਟ ਤੁਸੀਂ ਖੁਦ ਲਾਇਰ ਹੋ, ਬਹੁਤ ਸੀਨੀਅਰ, ਇਹ ਤੁਸੀਂ ਸਮਝਦੇ ਹੋ ਕਿ ਬਾਕੀ ਉੱਥੇ ਤਾਂ ਕੋਈ ਪ੍ਰੋਬਲਮ ਨਹੀਂ ਹੈ। ਦ ਪ੍ਰੈਜ਼ੀਡੈਂਟ ਆਫ ਭਾਰਤ, ਬੀਜੇਪੀ ਇਹੀ ਕਹਿ ਰਹੀ ਹੈ, ਫਿਰ ਕੀ ਹੋ ਗਿਆ ਜੇ ਭਾਰਤ ਲਿਖ ਦਿੱਤਾ? ਤੁਸੀਂ ਉਸ ਦੇ ਉੱਤੇ ਇੰਨਾ ਇਤਰਾਜ਼ ਕਿਉਂ ਜਤਾ ਰਹੇ? ਕਿ ਭਾਰਤੀ ਜਨਤਾ ਪਾਰਟੀ ਦੀ ਇਹ ਜਿਹੜੀ ਚਾਲ ਹੈ, ਜਿਹੜਾ ਇਹ ਐਕਸ਼ਨ ਹੈ ਜੀ, ਇਹ ਤੁਸੀਂ ਦੇਖੋ ਕਿ 9 ਸਾਲਾਂ ਬਾਅਦ ਲੈ ਕੇ ਆ ਰਹੇ ਹੈ ਪਾਵਰ ਚ ਆਉਣ ਦੇ ਬਾਅਦ। ਜੇ ਏਡੀ ਅਰਜੈਂਸੀ ਸੀ, ਐਡਾ ਜ਼ਰੂਰੀ ਸੀ, ਇੰਡੀਆ ਨਾਮ ਹੀ ਗਲਤ ਹੈ, ਤਾਂ 2014 ਦੇ ਵਿੱਚ ਹੀ ਕਰਦੇ। ਲੇਕਿਨ ਹੁਣ ਤਾਂ ਕਰ ਰਹੇ ਹੈ ਤਾਂ ਕਿ ਲੋਕਾਂ ਨੂੰ, ਵੋਟਰਾਂ ਨੂੰ ਵੂ ਕੀਤਾ ਜਾ ਸਕੇ, ਕਿਉਂਕਿ ਹੋਰ ਕੁਝ ਕੰਮ ਤਾਂ ਦਿਖਾਉਣ ਨੂੰ ਹੈ ਨਹੀਂ, ਸੋ ਇਹਨੂੰ ਦਿਖਾਉਣਾ ਚਾਹੁੰਦੇ ਗੌਰਵ ਜੀ। ਦੂਜੀ ਗੱਲ ਇਹ ਹੈ ਕਿ ਸਾਡਾ ਸੰਵਿਧਾਨ, ਸਾਡਾ ਲੋਕਤੰਤਰ ਤੇ ਸਾਡਾ ਦੇਸ਼ ਖਤਰੇ 'ਚ ਹੈ। ਇਹੀ ਚੀਜ਼ਾਂ ਕਰਕੇ ਬੀਜੇਪੀ ਦੀ ਕਦੇ ਵਨ ਨੇਸ਼ਨ ਵਨ ਇਲੈਕਸ਼ਨ ਕਹਿਣਗੇ, ਕਦੇ ਕਹਿਣਗੇ ਦੇਸ਼ ਦਾ ਨਾਮ ਹੀ ਬਦਲ ਦੇਣਾ ਹੈ, ਕਦੇ ਕਹਿਣਗੇ ਅਸੀਂ ਕ੍ਰਿਸ਼ੀ ਕਾਨੂੰਨ ਇੰਪਲੀਮੈਂਟ ਕਰਨੇ ਹੈ, ਕਦੇ ਨੋਟਬੰਦੀ ਕਰ ਦੇਣਗੇ। ਬੜੀ ਖਤਰਨਾਕ ਗੱਲ ਹੈ ਗੌਰਵ ਜੀ ਇਹ। ਬੀਜੇਪੀ ਦੀ ਕੋਈ ਲਿਮਿਟੇਸ਼ਨ ਨਹੀਂ ਹੈ ਜਦੋਂ ਡੰਡਾ ਤੰਤਰ ਕਰਨ ਤੇ ਆਉਂਦੇ। ਦੂਜੀ ਗੱਲ ਇਹ ਹੈ 140 ਕਰੋੜ ਲੋਕਾਂ ਦਾ ਦੇਸ਼ ਹੈ ਗੌਰਵ ਜੀ। ਮੈਂ ਬੀਜੇਪੀ ਨੂੰ ਪੁੱਛੂੰਗਾ ਕਿ ਐਜ਼ ਆਫ ਨਾਓ ਤਾਂ ਇੰਡੀਆ ਹੈ ਸਾਡਾ ਜੋ ਦੇਸ਼ ਦਾ ਨਾਮ ਹੈ, ਪ੍ਰੀਐਂਬਲ ਇੰਟਰੋਡਕਸ਼ਨ ਹੈ ਸੰਵਿਧਾਨ ਦਾ, ਜੋ ਕਹਿੰਦਾ ਵੀ ਦਾ ਪੀਪਲ ਆਫ ਇੰਡੀਆ ਸੋਸ਼ਲਿਸਟ ਸੋਵਰਨ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ। ਤੇ ਜੇ ਨਾਮ ਹਜੇ ਬਦਲਿਆ ਨਹੀਂ ਗਿਆ ਤੇ ਤੁਸੀਂ ਪਹਿਲਾਂ ਇਨਵੀਟੇਸ਼ਨ ਤੇ ਭਾਰਤ ਲਿਖ ਰਹੇ ਹੋ, ਇਹ ਕਿਹਨੂੰ ਪੁੱਛ ਕੇ ਕੀਤਾ, ਕਿਹਨੂੰ ਕੰਸਲਟ ਕੀਤਾ ਗੌਰਵ ਜੀ ਇਹਨਾਂ ਨੇ, ਕਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਇਸ ਚੀਜ਼ ਤੇ? ਜੇ ਤਾਂ ਹੁੰਦਾ ਗੌਰਵ ਜੀ ਕਿ ਚਰਚਾ ਹੋਈ ਹੁੰਦੀ, ਡਿਲੀਬਰੇਸ਼ਨ ਹੋਈ ਹੁੰਦੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ, ਸਟੇਕ ਹੋਲਡਰ ਨੂੰ ਪੁੱਛਿਆ ਹੁੰਦਾ, ਦੇਸ਼ ਦੇ ਲੋਕਾਂ ਨੂੰ ਪੁੱਛਿਆ ਹੁੰਦਾ, that would have been a different thing। ਬਗੈਰ ਪੁੱਛੇ ਥੋਪਣ ਦੀ ਆਦਤ ਭਾਰਤੀ ਜਨਤਾ ਪਾਰਟੀ ਦੀ ਜਾਂਦੀ ਨਹੀਂ। ਤੇ ਕਿਉਂ ਕਰਦੇ ਗੌਰਵ ਜੀ? ਇਹ ਸਮਝਣਾ ਬੜਾ ਜ਼ਰੂਰੀ ਹੈ। ਇਹ ਆਪਣਾ ਪ੍ਰਿੰਟ ਛੱਡਣਾ ਚਾਹੁੰਦੇ ਗੌਰਵ ਜੀ, ਸੋਸ਼ਲ, ਕਲਚਰਲ, ਲੀਗਲ ਤੇ ਪੋਲੀਟੀਕਲ ਐਸਪੈਕਟਸ ਤੇ ਦੇਸ਼ ਦੇ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਇੱਕ ਗੱਲ ਕਹੂੰਗਾ ਕਿ ਬੀਜੇਪੀ ਕਿਉਂ ਮਤਲਬ ਕਿ ਬਗੈਰ ਕੋਈ ਪਲਾਨ ਆਫ ਐਕਸ਼ਨ ਦੇ, ਬਗੈਰ ਕੋਈ ਡਿਲੀਬਰੇਸ਼ਨ ਦੇ ਚੀਜ਼ ਕਰਦੀ ਹੈ। ਕਿਉਂਕਿ ਗੌਰਵ ਜੀ ਜਦੋਂ ਇਹਦਾ ਨਾਮ ਬਦਲਦੇ ਆ ਨਾ, ਉਹਦੇ ਬਾਅਦ ਡਾਕੂਮੈਂਟੇਸ਼ਨ ਦੇ ਵਿੱਚ ਨਾਮ ਬਦਲਣ ਦੀ ਲੋੜ ਪਊਗੀ, ਕਿੰਨਾ ਖਰਚਾ ਆਊਗਾ, ਨੰਬਰ 1। ਨੰਬਰ 2, ਇਹ ਪੈਸਾ ਜਦੋਂ ਲੱਖਾਂ ਕਰੋੜਾਂ ਦਾ ਸਾਡੇ ਤੇ ਕਰਜ਼ਾ, ਹਿੰਦੁਸਤਾਨ ਦੇ ਖਜ਼ਾਨੇ ਉੱਤੇ ਕਰਜ਼ਾ ਕਿੰਨਾ ਹੈ ਗੌਰਵ ਜੀ, ਕੀ ਆਪਾਂ ਇਹ ਐਕਸਰਸਾਈਜ਼ ਅਫੋਰਡ ਕਰ ਸਕਦੇ ਹਾਂ? ਠੀਕ ਹੈ, ਇਹ ਪੁਆਇੰਟ ਦੇ ਉੱਤੇ ਆਵਾਂਗੇ ਹਨਾ ਕਿ ਖੜਿਆਲ ਸਾਹਿਬ ਇਸ ਦੇ ਵਿੱਚ ਇੱਕ ਵੀ ਪੁਆਇੰਟ ਜ਼ਰੂਰ ਚੁੱਕਿਆ ਜਾ ਰਿਹਾ ਹੈ जो क्योंकि फिलहाल तो कोई खरड़ा या कुछ इस तरीके का बिल या कोई मता तो सामने नहीं आया,
ਪਰ ਚਰਚਾਵਾਂ ਜ਼ਰੂਰ ਨੇ। ਚਰਚਾਵਾਂ ਇਹ ਵੀ ਨੇ ਕਿ ਅੱਗੇ ਭਾਰਤ ਸ਼ਬਦ ਦਾ ਅੱਗੇ ਤੋਂ ਇਸਤੇਮਾਲ ਵੱਧ ਤੋਂ ਵੱਧ ਕੀਤਾ ਜਾਵੇ ਜਾਂ ਸਿਰਫ ਭਾਰਤ ਸ਼ਬਦ ਦਾ ਇਸਤੇਮਾਲ ਕੀਤਾ ਜਾਵੇ, ਜਿਹੜੇ ਪੁਰਾਣੇ ਡਾਕੂਮੈਂਟਸ ਨੇ ਐਜ਼ ਇਟ ਇਜ਼ ਚੱਲਦੇ ਰਹਿਣਗੇ। ਇਹ ਵੀ ਇੱਕ ਚਰਚਾ ਜ਼ਰੂਰ ਹੈ। ਜਿਹੜਾ ਤੁਹਾਡਾ ਖਰਚੇ ਵਾਲਾ ਪੁਆਇੰਟ ਹੈ, ਮੈਂ ਇਸ ਕਰਕੇ ਕਹਿ ਰਿਹਾ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਦੀਪਾ ਜੀ ਦਾ ਰੁਕ ਕਰਦਾ, ਰਜਿੰਦਰ ਦੀਪਾ ਜੀ ਦਾ। ਰਜਿੰਦਰ ਦੀਪਾ ਜੀ, ਅਕਾਲੀ ਦਲ ਦਾ ਕੀ ਸਟੈਂਡ ਹੈ? ਕਿ ਅਕਾਲੀ ਦਲ ਨੂੰ ਇਤਰਾਜ਼ ਹੈ ਜੇ ਇੰਡੀਆ ਸ਼ਬਦ ਨੂੰ ਹਟਾ ਦਿੱਤਾ ਜਾਂਦਾ ਹੈ, ਹਰ ਜਗ੍ਹਾ ਭਾਰਤ ਆਵੇ, ਜਿਵੇਂ ਸੱਦੇ ਪੱਤਰ 'ਚ ਆ ਗਿਆ ਦ ਪ੍ਰੈਜ਼ੀਡੈਂਟ ਆਫ ਭਾਰਤ? ਇਹ ਦੇਖੋ, ਇਤਰਾਜ਼ ਵਾਲੀ ਤਾਂ ਕੋਈ ਐਸੀ ਗੱਲ ਨਹੀਂ, ਪਰ ਐਡਾ ਵੱਡਾ ਡਿਸੀਜਨ ਜਦੋਂ ਕੋਈ ਲੈਂਦਾ ਹੈ, ਸੈਂਟਰਲ ਗਵਰਨਮੈਂਟ ਲੈ ਰਹੀ ਹੈ, ਪਰ ਆਮ ਲੋਕ ਇਹ ਸੋਚਦੇ ਜ਼ਰੂਰ ਹੈ ਯਾਰ ਵਜ੍ਹਾ ਕੀ ਹੈ, ਕੀ ਵਜ੍ਹਾ ਹੈ ਕਿ ਇਹ ਐਡਾ ਵੱਡਾ ਡਿਸੀਜਨ ਲਿਆ ਜਾ ਰਿਹਾ, ਉਹ ਵੀ ਜਦੋਂ ਇਲੈਕਸ਼ਨ 6-7 ਮਹੀਨੇ ਰਹਿ ਗਏ ਪਾਰਲੀਮੈਂਟ ਦੇ, ਔਰ ਉਦੋਂ ਜਦੋਂ 26-27 ਪਾਰਟੀਆਂ ਦਾ ਜਿਹੜੀਆਂ ਵਿਰੋਧੀ ਧਿਰਾਂ ਦਾ ਇੱਕ ਅਲਾਇੰਸ ਗਠਬੰਧਨ ਬਣਨ ਜਾ ਰਿਹਾ ਜਾਂ ਬਣ ਗਿਆ, ਜਾਂ ਕਿੰਨਾ ਕੁ ਕਾਮਯਾਬ ਹੁੰਦਾ ਮੈਂ ਉਹਦੇ 'ਚ ਨਹੀਂ ਜਾਂਦਾ, ਉਹਨੇ ਇੰਡੀਆ ਨਾਂ ਰੱਖਤਾ, ਇੱਕ ਪਰਸੈਪਸ਼ਨ ਜੀ, ਇੱਕ ਚਰਚਾ ਇਹ ਤਾਂ ਜ਼ਰੂਰ ਚੱਲੂ, ਸ਼ਾਇਦ ਉਸ ਗੱਲ ਦੀ ਬੀਜੇਪੀ ਦੀ ਲੀਡਰਸ਼ਿਪ ਨੂੰ ਘਬਰਾਹਟ ਹੈ। ਮਤਲਬ ਇਹ ਗੱਲ ਇੱਕ ਚਰਚਾ 'ਚ, ਸਾਨੂੰ ਇਸ ਚੀਜ਼ ਦਾ ਨਹੀਂ ਫਰਕ ਪੈਂਦਾ, ਪਰ ਹਾਂ ਜੇ ਇਸ ਚੀਜ਼ ਨੂੰ ਤੁਸੀਂ ਪੋਲਰਾਈਜ਼ ਬੰਨੀ ਲੈ ਕੇ ਜਾਂਦੇ ਹੋ, ਨਾਰਥ ਵਰਸਸ ਸਾਊਥ ਕਰਨਾ ਚਾਹੁੰਦੇ ਹੋ, ਜਾਂ ਜਿਹੜੀਆਂ ਮਾਈਨੋਰਟੀਜ਼ ਹੈ ਉਹਨਾਂ ਨੂੰ ਕੁਝ ਹੋਰ ਮੈਸੇਜ ਦੇਣਾ ਚਾਹੁੰਦੇ ਹੋ, ਸਾਨੂੰ ਫਿਰ ਇਤਰਾਜ਼ ਹੈ। ਤੁਸੀਂ ਮੋਹਨ ਭਾਗਵਤ ਜੀ ਦੀ ਸਟੇਟਮੈਂਟ ਦੀ ਗੱਲ ਕੀਤੀ ਕਿ ਜੀ ਇਹ ਭਾਰਤ ਵਰਡ ਯੂਜ਼ ਹੋਣਾ ਚਾਹੀਦਾ। ਮੋਹਨ ਭਾਗਵਤ ਜੀ ਤਾਂ ਇੱਕ ਤੋਂ ਵੱਧ ਹਰ ਸਾਲ 2-3 ਵਾਰੀ ਇਹ ਵੀ ਸਟੇਟਮੈਂਟ ਦਿੰਦੇ ਹੈ ਕਿ ਜਿੰਨੀਆਂ ਵੀ ਮਾਈਨੋਰਟੀਜ਼ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਮੁਸਲਮਾਨ ਹੈ, ਤੇ ਭਾਵੇਂ ਉਹ ਕ੍ਰਿਸਚਨ ਹੈ, ਉਹ ਸਾਰੇ ਹਿੰਦੂਆਂ ਦੇ ਵਿੱਚੋਂ ਹੀ ਆਏ ਹੈ, ਹਿੰਦੂ ਹੀ ਸੀ, ਇਹਨਾਂ ਹਿੰਦੂ ਹੀ ਹੈ। ਬਈ ਹੁਣ ਹੋ ਸਕਦਾ ਹੈ ਤੁਸੀਂ ਜਾਓ ਇਹਨਾਂ ਦੇ ਇਤਿਹਾਸ ਦੇ ਵਿੱਚ, ਇਹ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਹੋ ਸਕਦੀ ਹੈ, ਪਰ ਅੱਜ ਸਭ ਦੀ ਆਪਦੀ ਆਇਡੈਂਟੀਟੀ ਹੈ। ਜੇ ਸਿੱਖ ਧਰਮ ਦੀ ਗੱਲ ਕਰੀਏ, 350 ਸਾਲ ਤੋਂ ਪੁਰਾਣਾ ਇਹ ਧਰਮ ਹੋ ਗਿਆ, ਉਸ ਦੀ ਇੱਕ ਆਇਡੈਂਟੀਟੀ ਹੈ। ਜੇ ਤੁਸੀਂ ਉਹਨਾਂ ਨੂੰ ਅੱਜ ਉਵੇਂ ਹਿੰਦੂ ਕਹਿ ਕੇ ਕਹੋਗੇ ਤੇ ਉਹ ਸਿੱਖਾਂ ਨੂੰ ਮਾਨਿਆ ਨਹੀਂ ਹੈ। ਪਤਾ ਨਹੀਂ ਕਿਉਂ ਮੋਹਨ ਭਾਗਵਤ ਜੀ ਵਾਰੀ-ਵਾਰੀ ਇਹ ਗੱਲ ਕਰਦੇ ਆ, ਤੇ ਉਹ ਗੱਲ ਫਿਰ ਮਿਨੋਰਟੀਜ਼ ਦੇ ਦਿਮਾਗ 'ਚ ਜਾਂਦੀ ਹੈ, ਰਾਸ਼ਟਰਵਾਦ ਦੀ ਗੱਲ ਕਰਦੇ। ਮੈਂ ਥੋੜਾ ਹੋਰ ਕਲੀਅਰ ਚਾਹੁੰਦਾ, ਮੈਂ ਦੇਖੋ ਕਾਂਗਰਸ ਨਹੀਂ, ਦੀਪਾ ਜੀ ਮੈਂ ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਿਹਾ, ਮੈਂ ਜੈਬਨ ਜੀ ਤੋਂ ਤੁਹਾਡੀ ਗੱਲ ਦਾ ਜਵਾਬ ਲਵਾਂਗਾ, ਪਰ ਮੇਰਾ ਇੱਕ ਸਵਾਲ ਹੈ, ਕਿਉਂਕਿ ਕੰਫਿਊਜ਼ਨ ਨਾ ਰਹੇ। ਆਮ ਆਦਮੀ ਪਾਰਟੀ ਬਹੁਤ ਕਲੀਅਰ ਕੱਟ ਵਿਰੋਧ ਕਰ ਰਹੀ ਹੈ, ਕਾਂਗਰਸ ਬਹੁਤ ਕਲੀਅਰ ਕੱਟ ਵਿਰੋਧ ਕਰ ਰਹੀ ਹੈ, ਅਕਾਲੀ ਦਲ ਸਟੈਂਡ ਸਪਸ਼ਟ ਕਰ ਦੇਵੇ ਕਿ ਇਸ ਦੇ ਵਿਰੋਧ ਦੇ ਵਿੱਚ ਹੋ ਕਿ ਨਹੀਂ ਹੋ, ਕਿ ਜੇ ਕੋਈ ਬਿੱਲ ਜਾਂ ਮਤਾ ਲਿਆਂਦਾ ਜਾਂਦਾ ਪਾਰਲੀਮੈਂਟ ਦੇ ਵਿੱਚ ਤਾਂ ਅਕਾਲੀ ਦਲ ਇਸ ਦਾ ਨਾਲ ਖੜੇਗਾ ਬੀਜੇਪੀ ਦੇ, ਜਾਂ ਇਸ ਦੇ ਅਗੇਂਸਟ ਹੋਏਗਾ? ਦੇਖੋ ਗੌਰਵ ਜੀ, ਇਹ ਤਾਂ ਚੀਜ਼ ਜਦੋਂ ਆਊਗੀ ਸਾਹਮਣੇ, ਕਿਸ ਤਰ੍ਹਾਂ ਦਾ ਮਤਾ ਹੈ, ਉਸ ਤਰ੍ਹਾਂ ਦਾ ਹੀ ਪਾਰਟੀ ਪ੍ਰੈਜ਼ੀਡੈਂਟ, ਸਾਡੀ ਕੋਰ ਕਮੇਟੀ ਫੈਸਲਾ ਕਰੂਗੀ। ਮੈਂ ਉਸ ਤੇ ਅੱਜ ਨਹੀਂ ਟਿੱਪਣੀ ਕਰ ਸਕਦਾ, ਜਿਹੜੀ ਚੀਜ਼ ਅਜੇ ਆਈ ਨਹੀਂ, ਆਪਾਂ ਉਹਦੇ ਬਾਰੇ ਕਹਿਣਾ ਮੇਰੇ ਲਈ ਠੀਕ ਨਹੀਂ ਹੈਗਾ। ਪਰ ਮੋਟੀ ਗੱਲ ਹੈ, ਕੋਈ ਵੀ ਚੀਜ਼ ਐਡਾ ਵੱਡਾ ਕੋਈ ਚੀਜ਼ ਹੁੰਦੀ ਹੈ ਤਾਂ ਉਹਦੀ ਵਜ੍ਹਾ ਲੋਕ ਜ਼ਰੂਰ ਸਮਝਣਾ ਚਾਹਾਂਗੇ ਵੀ ਕੀ ਵਜ੍ਹਾ ਹੈ। ਅੱਜ ਜੋ ਵਜ੍ਹਾ ਸਮਝ ਆ ਰਹੀ ਹੈ ਕਿ ਸ਼ਾਇਦ ਇੰਡੀਆ ਦੇ ਅਲਾਇੰਸ ਤੋਂ ਸਾਨੂੰ ਘਬਰਾਹਟ ਹੈ, ਘਬਰਾਹਟ ਹੋਣੀ ਨਹੀਂ ਚਾਹੀਦੀ। ਨਰਿੰਦਰ ਮੋਦੀ ਜੀ ਦਾ ਨਾਂ ਹੋਵੇ, 10 ਸਾਲ ਦੀ ਸਰਕਾਰ ਚਲਾ ਰਹੇ ਹੈ, ਦੇਸ਼ ਵਿਦੇਸ਼ 'ਚ ਐਡਾ ਵੱਡਾ ਨਾਂ ਹੈ, ਫੁੱਲ ਮੈਜੋਰਟੀ ਹੈ, ਔਰ ਕਹਿ ਰਹੇ ਹੈ ਕਿ ਅਸੀਂ ਉਸ ਤੋਂ ਵੀ ਵੱਡੀਆਂ ਲੈ ਕੇ ਆਵਾਂਗੇ, ਨਾਲ ਅਮਿਤ ਸ਼ਾਹ ਹੈ, ਐਡਾ ਵੱਡਾ ਇਹਨਾਂ ਦਾ ਸਟਰਕਚਰ ਹੈ, ਘਬਰਾਹਟ ਹੋਣੀ ਨਹੀਂ ਚਾਹੀਦੀ। ਭਾਵੇਂ ਇਹ ਨਹੀਂ ਮੰਨਣਗੇ ਸਾਨੂੰ ਕੋਈ ਘਬਰਾਹਟ ਹੈ, ਪਰ ਲੋਕਾਂ ਦੇ ਵਿੱਚ ਇਹ ਜਾ ਰਹੀ ਹੈ, ਪਰਸੈਪਸ਼ਨ ਬਣ ਰਹੀ ਹੈ ਕਿ ਇਹਨੂੰ ਇੰਡੀਅਨ ਵਰਡ ਦੇ ਨਾ ਹੀ ਹੈ। ਬਿਲਕੁਲ ਠੀਕ ਹੈ, ਚਲੋ ਮੈਂ ਇੱਕ ਵਾਰੀ ਜਵਾਬ ਲੈਣਾ, ਤੁਹਾਡਾ ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਨਫੈਕਟ ਸਾਰੇ ਪੈਨਲਿਸਟ ਇਹ ਕਹਿ ਰਹੇ ਨੇ ਕਿ ਦੋ ਪਾਰਟੀਆਂ ਤਾਂ ਉਸ ਅਲਾਇੰਸ ਦੇ ਵਿੱਚ ਸ਼ਾਮਲ ਨੇ, ਕਾਂਗਰਸ ਤੇ ਆਮ ਆਦਮੀ ਪਾਰਟੀ, ਉਹ ਤਾਂ ਡਾਇਰੈਕਟਲੀ ਕਹਿ ਰਹੇ ਨੇ ਕਿ ਅਲਾਇੰਸ ਦੀ ਵਜ੍ਹਾ ਦੇ ਨਾਲ ਇਹ ਬਦਲਿਆ ਗਿਆ ਨਾਮ, ਜਾਂ ਫਿਰ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋਈ ਹੈ। ਜੈਬਾਨ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਜੈਬਾਨ ਜੀ, ਆਵਾਜ਼ ਆ ਰਹੀ ਹੈ ਮੇਰੀ? ਅਰਸ਼ਪ੍ਰੀਤ ਜੀ, ਮੈਨੂੰ ਤੇ ਗੌਰਵ ਜੀ ਦੀ ਆਵਾਜ਼ ਨਹੀਂ ਆ ਰਹੀ। ਅਗਰ ਮੇਰੇ ਕੋਲੋਂ ਪੁੱਛ ਰਹੇ ਤੇ ਮੈਨੂੰ ਦੱਸ ਦਿਓ, ਮੈਂ ਜਵਾਬ ਦਿੰਦਾ। ਅੱਛਾ, ਉਹਨਾਂ ਦੀ ਆਵਾਜ਼ ਤੁਹਾਡੇ ਕੋਲ ਪਹੁੰਚ ਰਹੀ ਹੈ, ਠੀਕ ਹੈ। ਚਲੋ, ਮੈਂ ਤਾਂ ਤੁਹਾਡੀ ਸਟੇਟਮੈਂਟ ਅਰਸ਼ਪ੍ਰੀਤ ਜੀ ਨੂੰ ਵੀ ਤੁਸੀਂ ਸੁਣਿਆ ਹੋਏਗਾ, ਬਾਕੀ ਗੈਸਟ ਨੂੰ ਸੁਣਿਆ ਹੋਏਗਾ। ਆਵਾਜ਼ ਨਹੀਂ ਆ ਰਹੀ ਮੈਨੂੰ ਗੌਰਵ ਜੀ, ਤੁਹਾਡੀ ਮੈਨੂੰ ਅਰਸ਼ਪ੍ਰੀਤ ਜੀ ਦੀ ਕੰਗ ਜੀ ਦੀ ਆ ਗਈ ਸੀਗੀ। ਤੁਸੀਂ ਅਰਸ਼ਪ੍ਰੀਤ ਜੀ ਆਸਕਿੰਗ ਨਹੀਂ, ਇਹ ਸਿਰਫ ਤੁਹਾਨੂੰ ਹੀ ਪੁੱਛ ਰਹੇ ਜੀ ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ। ਨਹੀਂ, ਆਵਾਜ਼ ਨਹੀਂ ਆ ਰਹੀ। ਚਲੋ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਹਾਡੇ ਤੋਂ ਤਾਂ ਸਾਰੇ ਜਿਹੜੇ ਸਵਾਲ ਨੇ ਉਹਨਾਂ ਦਾ ਜਿਹੜਾ ਜਵਾਬ ਲੈਣਾ ਹੈ। ਖੜਿਆਲ ਸਾਹਿਬ, ਇੱਕ ਬਹੁਤ ਛੋਟੀ ਜਿਹੀ ਸਟੇਟਮੈਂਟ, ਮੈਂ ਉਸ ਤੋਂ ਬਾਅਦ ਅੱਗੇ ਵਧਦਾ ਹੈ। ਖੁੱਲ ਕੇ ਵਿਰੋਧ ਕਰੋਗੇ ਜੇਕਰ ਇਸ ਦੇ ਉੱਤੇ ਕੋਈ ਬਿੱਲ ਮਤਾ ਲਿਆਂਦਾ ਗਿਆ? ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਮੈਂ ਸਵਾਲ ਕੀਤੇ ਹੈ, ਇਹ ਪੂਰੇ ਦੇਸ਼ ਦੇ ਸਵਾਲ ਹੈ ਵੀ ਬੀਜੇਪੀ ਜਿਹੜੀ ਹੈਗੀ ਹੈ 9 ਸਾਲ ਪਹਿਲਾਂ ਇਹ ਚੀਜ਼ ਨੂੰ ਕਿਉਂ ਨਹੀਂ ਇਹਨਾਂ ਨੇ ਕੀਤਾ ਜੇ ਗੁਲਾਮੀ ਦਾ ਪ੍ਰਤੀਕ ਹੈ। ਨੰਬਰ 1। ਨੰਬਰ 2, ਭਾਰਤੀ ਜਨਤਾ ਪਾਰਟੀ
ਜਿਹੜੇ ਕਦਮ ਚੱਕ ਰਹੀ ਹੈ ਨਾ ਗੌਰਵ ਜੀ, ਟਾਈਮਿੰਗ ਨੂੰ ਤੁਸੀਂ ਦੇਖੋਗੇ, ਜਦੋਂ ਇੰਡੀਆ ਅਲਾਈਅੰਸ ਅਸੀਂ ਡਿਕਲੇਅਰ ਕੀਤਾ, ਅਨਾਉਂਸਮੈਂਟ ਕੀਤੀ ਕਿ ਆ ਸਾਡੀ ਅਲਾਈਅੰਸ ਦਾ ਨਾਮ ਹੈ, ਉਦੋਂ ਕੁਝ ਟਾਈਮ ਬਾਅਦ ਇਹਨਾਂ ਨੇ ਇੰਡੀਆ ਨੂੰ ਭਾਰਤ ਕਰਤਾ, ਤੇ ਕੀਤਾ ਵੀ ਕਿਸੇ ਤੋਂ ਬਗੈਰ ਪੁੱਛੇ, ਬਗੈਰ ਕੰਸਲਟ ਕੀਤੇ। ਮੈਨੂੰ ਸ਼੍ਰੋਮਣੀ ਅਕਾਲੀ ਦਲ ਤੇ ਹੈਰਾਨੀਅਤ ਇਹ ਹੈ ਗੌਰਵ ਜੀ ਕਿ ਪਾਰਲੀਮੈਂਟ ਇਨੋਗ੍ਰੇਸ਼ਨ ਵਾਲੇ ਵੀ ਸਪੋਰਟ ਕੀਤੀ, ਹਾਲਾਂਕਿ 21 ਪੋਲੀਟੀਕਲ ਪਾਰਟੀਆਂ ਨੇ ਬਾਇਕਾਟ ਕੀਤਾ। ਵਨ ਨੇਸ਼ਨ ਵਨ ਇਲੈਕਸ਼ਨ ਤੇ ਵੀ ਬੀਜੇਪੀ ਨੂੰ ਸਪੋਰਟ ਕੀਤਾ, ਹਾਲਾਂਕਿ ਸਭ ਤੋਂ ਵੱਡਾ ਖਤਰਾ ਹੀ ਸਟੇਟ ਪਾਰਟੀਆਂ ਲਈ ਹੈ, ਸੂਬੇ ਦੀਆਂ ਪਾਰਟੀਆਂ ਲਈ, ਵਨ ਨੇਸ਼ਨ ਵਨ ਇਲੈਕਸ਼ਨ। ਤੇ ਪ੍ਰੈਜ਼ੀਡੈਂਟ ਤੋਂ ਭਾਰਤ ਹੋ ਰਿਹਾ ਹੈ, ਤੇ ਮੈਂ ਇਹਨਾਂ ਨੂੰ ਕਿਹਾ ਬੌਖਲਾਹਟ ਹੈ ਬੀਜੇਪੀ ਦੀ। ਬੀਜੇਪੀ ਨੇ ਨਹੀਂ ਕਿਹਾ ਵੀ ਬੌਖਲਾਹਟ ਨਹੀਂ ਹੈ, ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਬੀਜੇਪੀ ਨੂੰ ਕੋਈ ਬੌਖਲਾਹਟ ਨਹੀਂ ਹੈ। ਵਕੀਲ ਬਣ ਕੇ ਉਹਨਾਂ ਦੀ ਪੂਰੀ ਰਿਪਰੈਜ਼ੈਂਟੇਸ਼ਨ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਗੌਰਵ ਜੀ ਕਿ ਇਹ ਦੋਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੈ, ਇਕੱਠੇ ਹੈ ਤੇ ਇਕੱਠੇ ਰਹਿਣਗੇ। ਡਿਕਲੇਅਰ ਕਰਨ ਨਾ ਕਰਨ ਦਿਖਦਾ ਜ਼ਰੂਰ ਹੈ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਇੰਨੀ ਗੱਲ ਦੱਸ ਦੇ ਕਿ ਤੁਹਾਡਾ ਜਿਹੜਾ ਰਿਪੋਰਟ ਕਾਰਡ ਹੈ ਜੋ ਤੁਸੀਂ ਲੋਕਾਂ ਕੋਲ ਲੈ ਕੇ ਜਾਂਦੇ ਹੋ, ਤੇ ਉਹਦੇ ਵਿੱਚ ਨੇਮ ਚੇਂਜਿੰਗ ਸਪਰੀ ਸਭ ਤੋਂ ਉੱਤੇ ਆਉਂਦਾ ਗੌਰਵ ਜੀ। ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਦੱਸਣ ਇੱਥੇ ਜੈਮਨ ਸਾਹਿਬ ਕਿੰਨਾ ਖਰਚਾ ਕਰਤਾ ਅੱਜ ਤੱਕ ਨਾਮ ਹੀ ਬਦਲਣ ਤੇ, ਰੇਲਵੇ ਸਟੇਸ਼ਨਾਂ ਤੋਂ ਲੈ ਕੇ, ਮਿਊਜ਼ੀਅਮ ਤੋਂ ਲੈ ਕੇ, ਸਟੇਡੀਅਮਸ ਤੋਂ ਲੈ ਕੇ, ਸਕੂਲਾਂ ਤੋਂ ਲੈ ਕੇ, ਸ਼ਹਿਰਾਂ ਤੋਂ ਲੈ ਕੇ, ਕਾਨੂੰਨ, ਆਈਪੀਸੀ, ਸੀਆਰਪੀਸੀ, ਐਵੀਡੈਂਸ ਐਕਟ, ਮਤਲਬ ਬਖਸ਼ਦੇ ਕਿਸੇ ਨੂੰ ਤਾਂ ਬਖਸ਼ਦੇ ਭਾਰਤੀ ਜਨਤਾ ਪਾਰਟੀ। ਇਹ ਦੇਸ਼ ਹੈ, ਲੋਕਤਾਂਤਰਿਕ ਤਰੀਕੇ ਹੈ, ਤੁਸੀਂ ਕਿਸੇ ਨੂੰ ਪੁੱਛਦੇ ਨਹੀਂ, ਕਰਦੇ ਨਹੀਂ, ਸਿੱਧਾ ਥੋਪ ਦਿੰਦੇ ਹੋ। ਠੀਕ ਹੈ, ਮੇਰੀ ਆਵਾਜ਼ ਉਹਨਾਂ ਤੱਕ ਪਹੁੰਚੇ ਤਾਂ ਆਪਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣੇ ਆ, ਪਰ ਮੈਂ ਇੱਕ ਵਾਰ ਰੁਕ ਕਰਦਾ ਕੰਗ ਸਾਹਿਬ ਦਾ, ਇੱਕ ਵਾਰੀ ਕੰਗ ਜੀ ਦਾ ਰੁਕ ਕਰਦਾ। ਕੰਗ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਸਵਾਲ ਇਹ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਨਾਮ ਬਦਲੇ ਨੇ, ਮੈਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ, ਇਨਫੈਕਟ ਬਹੁਤ ਸਾਰੇ ਦੇਸ਼ਾਂ ਦਾ ਮੈਂ ਨਾਮ ਲਿਆ, ਹਾਲੈਂਡ ਦਾ, ਟਰਕੀ ਦਾ, ਉਸ ਤੋਂ ਬਾਅਦ ਬਰਮਾ ਦਾ, ਸ਼੍ਰੀਲੰਕਾ ਦਾ ਨਾਮ ਚੇਂਜ ਹੋਇਆ। ਕਿ ਬਾਕੀ ਇਹ ਬਹੁਤ ਉਸ ਤਰੀਕੇ ਨਾਲ ਦੇਖਿਆ ਜਾਵੇ, ਬੇਸ਼ੱਕ ਜਿਹੜੇ ਆਪਾਂ ਦੇਸ਼ ਵਾਸੀ ਬਹੁਤ ਇਮੋਸ਼ਨਲੀ ਵੀ ਦੇਸ਼ ਭਗਤੀ ਦਾ ਮੁੱਦਾ ਹੋ ਜਾਂਦਾ, ਉਸ ਦੇ ਨਾਲ ਅਟੈਚਡ ਹੁੰਦੇ ਆ, ਤੁਹਾਨੂੰ ਲੱਗਦਾ ਕਿ ਵਾਕਈ ਉਸ ਤਰੀਕੇ ਨਾਲ ਸੋਚਿਆ ਜਾਣਾ ਚਾਹੀਦਾ? ਨਹੀਂ, ਇਹ ਸਿਰਫ ਕਿਸੇ ਸ਼ਹਿਰ ਦਾ ਨਾਮ ਬਦਲਣ ਵਾਲੀ ਗੱਲ ਨਹੀਂ ਜੀ। ਉਹ ਤੇ ਭਾਜਪਾ ਨੇ ਆਲਰੇਡੀ ਬਹੁਤ ਸਾਰੇ ਨਾਮ ਬਦਲੇ ਆ। ਇਹ ਤੇ ਸੰਵਿਧਾਨ ਜਿਹੜਾ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਲਿਖਿਆ ਹੈ, ਉਹਦਾ ਆਰਟੀਕਲ 1, ਉਹਦੇ ਚ ਇੰਡੀਆ ਅਵਲੀਕ ਭਾਰਤ ਦੋਨੋਂ ਸ਼ਬਦ ਆਏ ਆ। ਜਿਹੜੀ ਸਾਡੀ ਸ਼ੁਰੂਆਤ ਸ਼ਬਦ ਹੈ ਉਹ ਇੰਡੀਆ ਹੈ, ਜਿਹੜਾ ਸਾਡਾ ਪ੍ਰੀਐਮਬਲ ਹੈ ਵੀ ਦਾ ਪੀਪਲ ਆਫ ਇੰਡੀਆ। ਇਹ ਤੇ ਸਾਰਾ ਮਤਲਬ ਇਹ ਕਨਸਟੀਟਿਊਸ਼ਨ ਨੂੰ ਬਦਲਣਾ ਚਾਹੁੰਦੇ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਮੋਹਨ ਭਾਗਵਤ ਜੀ ਨੇ ਸਟੇਟਮੈਂਟ ਦਿੱਤੀਆਂ ਹੈ ਕਿ ਇੰਡੀਆ ਬਦਲ ਦੇਣਾ ਚਾਹੀਦਾ, ਤੇ ਉਹ ਔਨ ਰਿਕਾਰਡ ਹੈ ਨਾ, ਲੁਕੀ ਛੁਪੀ ਗੱਲ ਨਹੀਂ। ਇਮੀਡੀਏਟਲੀ ਕਾਰਨ ਇਹ ਬਣਿਆ ਇਹਨਾਂ ਨੂੰ ਨਫ਼ਰਤ ਹੋ, ਜਿਸ ਦਿਨ ਤੋਂ ਇੰਡੀਆ ਅਲਾਈਅੰਸ ਬਣਿਆ। ਹਾਲਾਂਕਿ ਇੰਡੀਆ ਅਲਾਈਅੰਸ ਦੇ ਥੱਲੇ ਇੱਕ ਸਲੋਗਨ ਹੈ, ਜੋੜੇਗਾ ਇੰਡੀਆ ਜੀਤੇਗਾ ਭਾਰਤ। ਮੈਨੂੰ ਲੱਗਦਾ ਉਹ ਬੀਜੇਪੀ ਵਾਲੇ ਪੜ੍ਹ ਨਹੀਂ ਪਾਏ। ਇਹ ਬੁਖਲਾਹਟ ਵੀ ਆ, ਘਬਰਾਹਟ ਵੀ ਆ, ਔਰ ਇਹਨਾਂ ਦੀ ਜਿਹੜੀ ਭਾਰਤ ਦਲਿਤ ਭਾਈਚਾਰੇ ਦੀ ਔਰ ਖਾਸ ਕਰ ਅੰਬੇਡਕਰ ਸਾਹਿਬ ਦੇ ਪ੍ਰਤੀ ਜਿਹੜੀ ਨਫ਼ਰਤ ਹੈ, ਤੁਸੀਂ ਇਤਰਾਜ਼ ਦੇ ਉੱਤੇ ਨਾ ਸਾਹਮਣੇ ਆਈ। ਔਰ ਅਨਫੋਰਚੂਨੇਟਲੀ ਤੁਸੀਂ ਇਤਰਾਜ਼ ਦੇ ਉੱਤੇ ਕੰਗ ਜੀ ਬਹੁਤ ਛੋਟਾ ਜਿਹਾ ਸਟੇਟਮੈਂਟ ਦੇ ਦਿਓ। ਅਨਫੋਰਚੂਨੇਟਲੀ ਜੇ ਮੈਂ ਇਤਰਾਜ਼ ਦੇ ਉੱਪਰ ਕਹਿ ਰਿਹਾ ਕਿ ਸਿਰਫ ਉਸ ਇਨਵੀਟੇਸ਼ਨ ਲੈਟਰ ਦੇ ਉੱਤੇ ਦਾ ਪ੍ਰੈਜ਼ੀਡੈਂਟ ਆਫ ਭਾਰਤ ਲਿਖਿਆ ਗਿਆ, ਤੁਹਾਨੂੰ ਲੱਗਦਾ ਕਿ ਇਹ ਬਿਲਕੁਲ ਉਸੇ ਰਾਹ ਦੇ ਉੱਤੇ ਤੁਰ ਪਏ ਨੇ? ਸੈਂਟਰ ਦੀ ਸਰਕਾਰ ਕੀ ਬਦਲ ਕੇ ਰੱਖ ਦੇਣਗੇ, ਇੰਡੀਆ ਸ਼ਬਦ ਹਟਾ ਦਿੱਤਾ ਜਾਏਗਾ? ਕਿਉਂਕਿ ਬੀਜੇਪੀ ਇਹ ਵੀ ਕਹਿ ਰਹੀ ਹੈ ਕਿ ਇੰਡੀਆ ਭਾਰਤ ਦੋਵੇਂ ਸ਼ਬਦਾਂ ਦਾ ਇਸਤੇਮਾਲ ਹੋਇਆ, ਤੁਸੀਂ ਉਸ ਦਾ ਜ਼ਿਕਰ ਕਰ ਰਹੇ ਹੋ, ਤਾਂ ਫੁੱਲ ਸਟਾਪ ਉੱਥੇ ਠੀਕ ਹੈ। ਆਪਾਂ ਦਾ ਪ੍ਰੈਜ਼ੀਡੈਂਟ ਆਫ ਭਾਰਤ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ ਦੋਵੇਂ ਲਿਖ ਸਕਦੇ ਸੀ। ਨਹੀਂ, ਜਦੋਂ ਅਸੀਂ ਇੰਗਲਿਸ਼ ਚ ਲਿਖਦੇ ਆ ਉਦੋਂ ਪ੍ਰੈਜ਼ੀਡੈਂਟ ਆਫ ਇੰਡੀਆ, ਜਦੋਂ ਹਿੰਦੀ ਚ ਲਿਖਦੇ ਆ ਭਾਰਤ ਦੇ ਰਾਸ਼ਟਰਪਤੀ। ਇਹ ਫਰਕ ਹੈ। ਔਰ ਇਹ ਚੂੰਡੀਆਂ ਵੜਦੇ ਹੁੰਦੇ ਆ, ਇਹ ਦੇਖਦੇ ਆ ਲੋਕ। ਤੁਸੀਂ ਆਬਜੈਕਸ਼ਨ ਤੁਹਾਨੂੰ ਲੱਗਦਾ ਕਿ ਇਹ ਗਲਤ ਵੀ ਹੈ? ਤੁਹਾਨੂੰ ਲੱਗਦਾ ਕਿ ਇਹ ਗਲਤ ਵੀ ਹੈ? ਕਿਸਾਨੀ ਇਹ ਬਹੁਤ ਖਤਰਨਾਕ ਹੈ, ਗਲਤ ਨਹੀਂ ਕਹਿ ਰਿਹਾ ਮੈਂ ਖਤਰਨਾਕ ਸ਼ਬਦ ਵਰਤ ਰਿਹਾ। ਔਰ ਅਨਫੋਰਚੂਨੇਟਲੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨ ਵਾਲੀ ਅਕਾਲੀ ਦਲ, ਜਿਹੜੀ ਕਿ ਅਕਾਲੀ ਦਲ ਬਾਦਲ ਹੋ ਗਈ ਆ, ਉਹ ਇਹਦਾ ਵਿਰੋਧ ਨਹੀਂ ਕਰ ਰਹੇ। ਔਰ ਸਭ ਤੋਂ ਅਫਸੋਸ ਵਾਲੀ ਗੱਲ ਹੈ ਕਿ ਆਪਣੇ ਰਾਜਨੀਤਿਕ ਹਿੱਤ ਵਾਸਤੇ ਬੀਜੇਪੀ ਨਾਰਾਜ਼ ਨਾ ਹੋ ਜੇ। ਅੱਜ ਵੀ ਅਕਾਲੀ ਦਲ ਬਾਦਲ ਐਡੀ ਵੱਡੀ ਜਿਹੜੀ ਸਾਜ਼ਿਸ਼ ਭਾਜਪਾ ਕਰ ਰਹੀ ਹੈ ਭਾਰਤ ਦੇ ਸੰਵਿਧਾਨ ਨਾਲ, ਬਾਬਾ ਸਾਹਿਬ ਅੰਬੇਡਕਰ ਦੇ ਲਿਖੇ ਸੰਵਿਧਾਨ ਨਾਲ, ਜਿਸ ਚ ਜਿਹੜੇ ਕਿ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਸੀ, ਅਕਾਲੀ ਦਲ ਉਹਦਾ ਸਪੋਰਟ ਕਰ ਰਿਹਾ। ਇਹ ਬਹੁਤ ਖਤਰਨਾਕ ਗੱਲ ਹੈ। ਦੀਪਾ ਜੀ। ਗੌਰਵ ਜੀ, ਮੈਨੂੰ ਲੱਗਦਾ ਦੋਵਾਂ ਭਰਾਵਾਂ ਨੇ ਜਿਹੜੇ ਚਲੋ ਇਕੱਠੇ ਇਹਨਾਂ ਦਾ ਗਠਬੰਧਨ ਹੋ ਗਿਆ ਹੈ, ਇਹਨਾਂ ਨੇ ਹੁਣ ਵਿਜੀਲੈਂਸ ਦੇ ਕੇਸ ਵੀ ਪਿੱਛੇ ਪਾ ਦੇਣੇ ਆ, ਸਟੇਜਾਂ ਵੀ ਸਾਂਝੀਆਂ ਕਰਨੀਆਂ, ਉਹ ਸਾਰਾ ਕੁਝ ਠੀਕ ਹੈ।
ਸਮਝ ਆ ਰਹੀ ਹੈ, ਪਰ ਮੇਰੀ ਗੱਲ ਤਾਂ ਇਹਨਾਂ ਨੂੰ ਸਮਝ ਨਹੀਂ ਆ ਰਹੀ। ਮੈਂ ਬਿਲਕੁਲ ਕਿਹਾ ਕਿ ਬੀਜੇਪੀ 'ਚ ਐਂ ਲੱਗ ਰਿਹਾ, ਆਮ ਲੋਕਾਂ ਨੂੰ ਇਹ ਲੱਗੇਗਾ ਕਿ ਇਹਨਾਂ 'ਚ ਘਬਰਾਹਟ ਹੈ। ਜਿਹੜੀਆਂ 26 27 28 ਪਾਰਟੀਆਂ ਨੇ ਇੱਕ ਗਠਬੰਧਨ ਬਣਾਇਆ ਇੰਡੀਅਨ ਨਾਂ ਦਾ, ਉਸ ਕਰਕੇ ਇਹਨਾਂ 'ਚ ਘਬਰਾਹਟ ਹੈ। ਸ਼ਾਇਦ ਇਹ ਇੰਡੀਆ ਦਾ ਨਾਂ ਤਾਂ ਭਾਰਤ ਕਰ ਰਿਹਾ। ਮੈਂ ਕਿਹਾ ਮਿਸਟਰ ਖੜਿਆਲ ਸਮਝ ਆ ਗਈ ਮੇਰੀ ਗੱਲ? ਉਹ ਕੰਗ ਜੀ ਬੋਲ ਰਹੇ ਸੀ ਤੁਹਾਨੂੰ, ਕੰਗ ਜੀ ਜ਼ਿਕਰ ਕਰ ਰਹੇ ਸੀ ਉਸ ਚੀਜ਼ ਦਾ। ਨਹੀਂ, ਪਰ ਉਹ ਕਹਿ ਰਹੇ ਕਿ ਤੁਸੀਂ ਕਲੀਅਰ ਨਹੀਂ ਦੱਸ ਰਹੇ, ਉਹ ਤੁਹਾਡੇ ਉੱਤੇ ਇਹੀ ਕਹਿ ਰਹੇ ਨੇ, ਕਹਿੰਦੇ ਤੁਸੀਂ ਕਲੀਅਰ ਨਹੀਂ ਦੱਸ ਰਹੇ ਕਿ ਤੁਸੀਂ ਇਸ ਦੇ ਅਗੇਂਸਟ ਹੋ ਜਾਂ ਨਹੀਂ ਹੋ। ਦੇਖੋ ਅਗੇਂਸਟ ਅਜੇ ਕੋਈ ਆਵੇ ਤਾਂ ਅਸੀਂ ਚੀਜ਼ ਸਾਹਮਣੇ, ਮੈਂ ਤਾਂ ਪਹਿਲੇ ਕਹਿ ਰਿਹਾ, ਅਸੀਂ ਤਾਂ ਇਹ ਕਹਿ ਰਹੇ ਹਾਂ ਇਸ ਚੀਜ਼ ਦੀ ਜ਼ਰੂਰਤ ਕੀ ਸੀਗੀ, ਸਾਨੂੰ ਵਜ੍ਹਾ ਤਾਂ ਸਮਝ ਆਵੇ। ਸਾਨੂੰ ਸ਼ਾਇਦ ਸਾਨੂੰ ਕੋਈ ਸਮਝ ਆ ਜੇ, ਅਸੀਂ ਮੈਂ ਅੱਜ ਹੀ ਕਹਾਂ ਮੈਂ ਜੀ ਅਸੀਂ ਉਹ ਅਗੇਂਸਟ ਹਾਂ, ਪਰ ਅਸੀਂ ਜੇ ਵਜ੍ਹਾ ਮੋਹਨ ਭਾਗਵਤ ਜੀ ਦੀ ਸਟੇਟਮੈਂਟ ਹੈ ਜਾਂ ਉਹਨਾਂ ਦਾ ਉਸ ਤਰ੍ਹਾਂ ਦੀ ਪੋਲਰਾਈਜੇਸ਼ਨ ਹੈ ਜਾਂ ਮਾਈਨੋਰਟੀਜ਼ ਦੇ ਖਿਲਾਫ ਜਿਹੜਾ ਇੱਕ ਬਣੀ ਹੋਈ ਹੈ ਪਰਸੈਪਸ਼ਨ, ਇੱਕ ਬਣਿਆ ਹੋਇਆ ਕਿ ਇਹ ਹਿੰਦੂਤਵ ਦੀ ਗੱਲ ਕਰਦੀ ਹੈ ਬੀਜੇਪੀ ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ, ਅਸੀਂ ਉਸ ਚੀਜ਼ ਦੇ ਖਿਲਾਫ ਹਾਂ, ਖਿਲਾਫ ਰਵਾਂਗੇ। ਪਰ ਗੱਲ ਇਹ ਹੈ ਕਿ ਜਿੰਨੀ ਚੀਜ਼ ਉਹ ਕੋਈ ਚੀਜ਼ ਸਾਹਮਣੇ ਨਹੀਂ ਆਉਂਦੀ, ਹੁਣ ਉਨੀ ਇਹ ਤਾਂ ਠੀਕ ਹੈ ਇਕੱਠੇ ਹੈ, ਸਾਡੀ ਗੱਲ ਕਰਦੇ ਅਸੀਂ ਬੀਜੇਪੀ ਦੇ ਨਾਲ ਅੰਦਰੋਂ ਇਕੱਠੇ ਆ ਬਾਹਰੋਂ ਇਕੱਠੇ, ਜੋ ਅਸੀਂ ਆ ਅੰਦਰੋਂ ਬਾਹਰੋਂ ਉਹ ਸਾਹਮਣੇ ਹੈ, ਸਾਡਾ ਕੋਈ ਗੱਠਜੋੜ ਨਹੀਂ ਹੈ। ਤੁਹਾਡਾ ਗੱਠਜੋੜ ਹੋ ਚੁੱਕਿਆ, ਅੱਜ ਵੀ ਤੁਹਾਡੇ ਦੋਵੇਂ ਲੀਡਰ ਪੰਜਾਬ ਦੇ ਅਲੱਗ-ਅਲੱਗ ਸਟੇਟਮੈਂਟਾਂ ਦੇ ਰਹੇ, ਅੰਦਰੋਂ ਤੁਸੀਂ ਠੀਕ ਹੈ। ਚਲੋ ਛੋਟਾ ਜਿਹਾ ਸਟੇਟਮੈਂਟ ਨੂੰ ਮੈਂ ਜੈਬਾਂਸ਼ ਜੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ, ਮੈਂ ਉਹਨਾਂ ਦਾ ਰੁਕ ਕਰਾਂਗਾ, ਪਰ ਪਹਿਲਾਂ ਕੰਗ ਜੀ ਕੁਝ ਕਹਿਣਾ ਚਾਹ ਰਹੇ ਨੇ। ਕੰਗ ਜੀ। ਨਹੀਂ, ਮੈਂ ਤੇ ਕਹਿ ਰਿਹਾ ਕਿ ਅਸੀਂ ਤੇ ਸੰਵਿਧਾਨ ਬਚਾਉਣ ਲਈ ਇਕੱਠੇ ਹੋਏ ਆ, ਅਸੀਂ ਕਿਹੜਾ ਕਿਹਾ ਨਹੀਂ, ਕਿਉਂਕਿ ਆਹੀ ਤੇ ਮੈਂ ਆਪਣੀ ਟੀਮ ਨੂੰ ਕਹਾਂਗਾ ਜੈਬਾਂਸ਼ ਜੀ ਨੂੰ ਕਿ ਅਸੀਂ ਫੋਨ ਲਾਈਨ ਤੇ ਜੋੜ ਲਈਏ।